ਜਿਹੜੀ ਟਰਾਲੀ ਦੇ ਵਿੱਚ ਆ ਇਹਦੇ ਵਿੱਚ ਹਰਿਆਣੇ ਦੀਆਂ ਮਾਤਾਵਾਂ ਨੇ, ਇਹਦੇ ਵਿੱਚ ਹਰਿਆਣੇ ਦੀਆਂ ਭੈਣਾਂ ਨੇ। ਸਰਕਾਰ ਸੁਣਦੀ क्यों नहीं? ਉੱਤੋਂ हेमा मालिनी वर्गी ये गल कह दिंदी है, इन किसानों को तो पता ही नहीं किस बात के लिए आए हैं। मारे तो ये बनया था वो, मारा ये बालक से और क्या करेगा वो, ये भी साथ गए। ये सरकार ये चाहती है कि अंडानी अंबानी उनके हाथों में यह जमीन जावे। हम उग्रवादी क्यों हैं? हम किसान हैं। आज कितना दुख होता है कि इन लोगों को कुर्सियों पे भी तो हमने बिठाया, वोटें तो हमने डाली थी। एक बात बताओ, आगे किसके बारे आ जाएगा? हर बार मीटिंग ਜਿਹੜੀ ਅੱਗੇ 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 ਉਹ ਸਿਰਫ ਇਸ ਲਈ ਕਿ ਤਾਂ ਜੋ ਕਿਸਾਨਾਂ ਨੂੰ ਥਕਾ ਦਿੱਤਾ ਜਾਏ ਤੇ ਆਪਣੇ ਆਪ ਥੱਕ ਹਾਰ ਕੇ ਵਾਪਸ ਚਲੇ ਜਾਣ। ਇਹ ਕੌਮ ਨਾ ਥੱਕਣ ਵਾਲੀ ਨਾ ਆਕਣ ਵਾਲੀ ਆ। ਜਿਹੜਾ ਕਿਸਾਨ ਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਦਾ ਸਾਡੇ ਲਈ ਰਾਤਾਂ ਜਾਗ ਕੇ, ਉਹਨੂੰ ਜੇ ਖਾਲਿਸਤਾਨੀ ਕਹਿੰਦੇ ਆ ਤਾਂ ਮੈਂ ਹਿੱਕ ਢਾਹ ਕੇ ਕਹਿਣਾ ਕਿ ਮੈਂ ਹਿੰਦੂ ਖਾਲਿਸਤਾਨੀ ਹਾਂ। ਤੁਸੀਂ ਭਾਵੁਕ ਹੋ, ਇਸ ਵੇਲੇ ਬਹੁਤ ਭਾਵੁਕ ਹੋ। ਸਮੁੱਚੇ ਕਿਸਾਨ ਆਗੂਆਂ ਨੂੰ ਆਪਦਾ ਇਸ਼ਟ ਮੰਨਦਾ, ਮੈਨੂੰ ਇਸ਼ਕ ਹੈ, ਮੈਂ ਇਸ਼ਟ ਮੰਨਦਾ ਇਹਨਾਂ ਨੂੰ। ਦੇਖੋ ਮੈਨੂੰ ਹਿੰਦੂ ਪਰਿਵਾਰ 'ਚ ਹੋਣ ਕਰਕੇ ਮੈਨੂੰ ਵੀਰ ਜੀ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਸੀ ਤੂੰ ਦੂਜੇ ਦਿਨ ਉੱਥੇ ਚਲਾ ਜਾਂਦਾ, ਆਪਣਾ ਕੀ ਲੈਣਾ ਦੇਣਾ। ਮੇਰਾ ਜਵਾਬ ਹੁੰਦਾ ਇਹ ਜਨ ਮਾਨਸ ਦਾ ਮੁੱਦਾ ਹੈ, ਆਪਾਂ ਰੋਟੀ ਖਾਂਦੇ ਆ। ਮੈਮ ਜਦ ਦਾ ਸ਼ੁਰੂ ਹੋਇਆ, ਚਾਹੇ ਅਸੀਂ ਆਏ ਚਾਹੇ ਨਹੀਂ ਆਏ, ਅਸੀਂ ਘਰ ਬੈਠੇ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਆ ਸ਼ੁਰੂ ਤੋਂ। ਮੈਂ ਖੁਦ ਇੱਕ ਹਿੰਦੂ ਫੈਮਿਲੀ 'ਚ ਬਿਲੋਂਗ ਕਰਦੀ ਹਾਂ, ਮੈਂ ਟੀਚਰ ਹਾਂ। ਮੈਂ ਬੱਚਿਆਂ ਨੂੰ ਕੀ ਸਿਖਾਉਂਗੀ ਜਦ ਮੇਰਾ ਬੇਟਾ ਆਇਆ ਮੈਨੂੰ ਪੁੱਛ ਰਿਹਾ ਕਿ ਮੰਮਾ ਕਿਸਾਨ ਉੱਥੇ ਕਿਉਂ ਬੈਠੇ ਹੋਏ ਆ। ਮੈਂ ਇਹਨੂੰ ਘਰ ਬੈਠ ਕੇ ਨਹੀਂ ਦੱਸਣਾ ਕਿਉਂ ਬੈਠੇ ਹੋਏ ਆ, ਮੈਂ ਇਹਨੂੰ ਲੈ ਕੇ ਆਈ ਹਾਂ। ਮੇਰੀ 2 ਸਾਲ ਦੀ ਬੇਟੀ ਘਰ ਬੈਠੀ ਹੈ, ਉਹਨੂੰ ਮੈਂ ਛੱਡ ਕੇ ਆਈ ਹਾਂ। ਇਹਨੂੰ ਮੈਂ ਦੱਸਣ ਆਈ ਹਾਂ ਕਿ ਅਸੀਂ ਆਪਣੇ ਹੱਕ ਲਈ ਲੜ ਕੇ ਲੈਣੇ। ਅਸੀਂ ਹੱਕ, ਝਾਂਸੀ ਦੀ ਰਾਣੀ ਵੀ ਆਪ ਉਤਰੀ ਸੀ ਹੱਕ ਲੈਣ। ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਅਸੀਂ ਇਸ ਵਕਤ ਟਰਾਲੀ ਦੇ ਵਿੱਚ ਸਵਾਰ ਆ, ਸਿੰਘੂ ਬਾਰਡਰ ਦੇ ਉੱਤੇ ਆ। ਨਾਲ ਹਰਬੰਸ ਸਿੰਘ ਜੀ ਤੇ ਠੀਕ ਠਾਕ ਹੋ? ਬਿਲਕੁਲ ਠੀਕ ਹੈ ਟਾਣਾ ਸਾਹਿਬ, ਇਸ ਵੇਲੇ ਟਰਾਲੀ ਸਵਾਰੀ ਕਰ ਰਹੇ ਹੋ? ਹਾਂ ਬਿਲਕੁਲ, ਥੋੜਾ ਸੰਭਲ ਕੇ ਵੀ ਖੜਨਾ ਪੈ ਰਿਹਾ, ਥੋੜਾ ਧਿਆਨ ਦੇ ਨਾਲ ਵੀ ਇੱਥੇ ਸਾਰਾ ਕੁਝ ਆਲਾ ਦੁਆਲਾ ਵੀ ਵੇਖਣਾ ਪੈ ਰਿਹਾ। ਪਰ ਗੱਲ ਇਹ ਹੈ ਕਿ ਬੜੇ ਖਾਸ ਮਕਸਦ ਦੇ ਲਈ ਅਸੀਂ ਇਸ ਵੇਲੇ ਟਰਾਲੀ 'ਚ ਸਵਾਰ ਹੋਏ ਆ, ਗੱਲਬਾਤ ਕਰਨ ਦੇ ਲਈ ਆਏ ਆ। ਸੋ ਕਿਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਉੱਪਰ ਜ਼ਰੂਰ ਚੜਨਾ। ਬਿਲਕੁਲ, ਤੁਸੀਂ ਬਹਿ ਜਾਓ। ਦੇਖਣਾ ਪਹਿਲੀ ਗੱਲ ਤਾਂ ਇਹ ਆ, ਦੇਖੋ ਗੱਲ ਇਹ ਹੈ ਜੀ ਕਿ ਅਸੀਂ ਇਸ ਵਕਤ ਜਿਹੜੀ ਟਰਾਲੀ ਦੇ ਵਿੱਚ ਆ ਇਹਦੇ ਵਿੱਚ ਹਰਿਆਣੇ ਦੀਆਂ ਮਾਤਾਵਾਂ ਨੇ, ਇਹਦੇ ਵਿੱਚ ਹਰਿਆਣੇ ਦੀਆਂ ਭੈਣਾਂ ਨੇ, ਮੂਰਥਲ ਖੇਤਰ ਦੀਆਂ। ਇਹ ਵੀ ਲਗਾਤਾਰ ਪੰਜਾਬੀਆਂ ਦਾ ਸਾਥ ਦੇ ਰਹੀਆਂ ਭੈਣਾਂ। ਇਹ ਮਾਤਾਵਾਂ ਜਿਹੜੀਆਂ, ਇਹਨਾਂ ਦੇ ਮਨ ਦੇ ਵਿੱਚ ਵੀ ਗੁੱਸਾ ਹੈਗਾ ਵੀ 2 ਮਹੀਨਿਆਂ ਤੋਂ ਇਸ ਵਕਤ ਕਿਸਾਨ ਹਰਿਆਣੇ ਦੇ, ਪੰਜਾਬ ਦੇ ਹੋਰ ਸੂਬਿਆਂ ਦੇ ਲਗਾਤਾਰ ਇੱਥੇ ਬੈਠੇ ਆ, ਪਰ ਸਰਕਾਰ ਸੁਣਦੀ ਕਿਉਂ ਨਹੀਂ? ਉੱਤੋਂ हेमा मालिनी वर्गी ये गल कह दिंदी है, इन किसानों को तो पता ही नहीं किस बात के लिए आए हैं। ਆਪਾਂ ਇਹਨਾਂ ਮਾਤਾਵਾਂ ਨੂੰ ਪੁੱਛਣਾ ਵੀ ਕੀ ਇਹਨਾਂ ਨੂੰ ਪਤਾ ਹੈ ਕਿ ਨਹੀਂ ਵੀ ਤੁਸੀਂ ਕਿਹੜੇ ਕੰਮ ਲਈ ਆਏ ਹੋ। ਜਿਹੜੀਆਂ ਫਿਲਮੀ ਕਲਾਕਾਰ ਕੁੜੀਆਂ, ਔਰਤਾਂ, ਉਹ ਇਹਨਾਂ ਦੀ ਬਦਨਾਮੀ ਕਰ ਰਹੀਆਂ। ਉਹ ਕਹਿੰਦੀਆਂ ਵੀ ਕਿਸਾਨਾਂ ਨੂੰ ਪਤਾ ਹੀ ਕੁਝ ਨਹੀਂ, ਕਿਸਾਨ ਤਾਂ ਉਂਦੇ ਆ। ਆਪਾਂ ਗੱਲਬਾਤ ਕਰਦੇ ਹਾਂ ਜੀ ਬਿਲकुल। ਸੋ ਸਭ ਤੋਂ ਪਹਿਲਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ। माता जी ठीक ठाक हो? हाँ, क्या हाल है आपका? ठीक ठाक हो? बढ़िया हो? अरे खड़े के ठीक ठाक से 1-2-4 बीघे धरती से उस समय कुछ नहीं होता। और औसत मोदी खा जाए सब क्या है ना, यो कट्टर रहे। हाँ हाँ, कुछ नहीं बिकता। के बा लेकर गए थे ठेली, 3 बाल्टी आई, 3 बस उल्टी गई और नुए घर आए पड़े सब के में बात लाते नहीं किच बेचे। नुए खा जाए दुनिया पड़ के कुछ नहीं। कति गरीब आदमी और कुछ नहीं, खेती क्यारी का जुगाड़ से और कुछ नहीं। हाँ जी बिल्कुल, आपकी बात सही है कि जो हमारी ज़मीन है उस पर कब्जे की कोशिश की जा रही है। मगर मेरी हिंदी थोड़ी सी पंचर है। मेरी हिंदी बहुत ठीक हमारी नहीं है, हिंदी ज्यादा अच्छी नहीं है, लेकिन कमजोर है थोड़ी कोशिश सी। करेंगे मगर आपसे हम हिंदी आपको में बात समझाने की कोशिश करेंगे। जी ये बताइए आप कि कितनी देर हो गई है यहाँ संघर्ष चलते हुए? आप थक नहीं गए? आपके मन में ये नहीं बात आ रही कि कितनी देर और चलेगा? कितनी देर चलेगा? बुढ़े आदमी 2-2 महीने के पड़े से क्या करें? 2 महीने हो गए, सुनता नहीं। ईसा खट्टर के हो गया, किसा के मोदी हो गया, किसा की माँ बाना की, किसा की सुने ना गरीब आदमी की। क्या करे? मारे तो ये बनया था वो, मारा ये बालक से
और क्या करेगा वो, ये भी ताक गए हैं। जमींदार मार गए कति जमींदार, और क्या खाएंगे क्या करेंगे हैं? न्यू बता जमींदार की या है आमदन दाने की दाना की गेहूं की उन्होंने बेचता नहीं डाल शेर, बता क्या करे। आज माता जी आप ये बताइए कि पहले तो कंगना रनौत ने बोला कि ये तो 100 रुपए के लिए औरतें आती हैं, और अब हेमा मालिनी बोल रही है कि ये जो किसान बैठे हैं इनको तो पता ही नहीं हम बैठे क्यों हैं, ये तो गुमराह हो गए हैं। अरे जब हमारी शामी चले दे उन जो न्यू का 100 रुपये मांग हैं, अपने रोने हैं गरीब आदमी, जमींदार अपने रोन के मारे पड़े हाड़ और क्या कर बुके हैं। जब तूने बता कुछ बिकेगा नहीं, कोई पीसा घर में नहीं आवेगा, और तो खाएंगे के जी। बताओ। लेकिन हेमा मालिनी ये बोल रही हैं कि यहाँ पे जो लोग बैठे हैं उनको पता ही नहीं है वो चाहते क्या है, वो क्यों बैठे हैं, आप जानते हो? अरे हम ये अपना हक मांगे, जमींदार अपना हिस्सा मांगे, सब अपना हक मांगे हैं। तूने बता खुद हम मालिक है बेटे जी, अपनी जमीन के खुद हम मालिक है। सरकार हमारे पे क्या चाहती है ये बताओ जी। पट्टे पे ये सरकार ये चाहती है कि अंडानी अंबानी उनके हाथों में यह जमीन जावे है। हम जमीन बोवे वह लोन ले और लोन फिर वो हम भरे, हम ये चाहते हैं हमारी जमीन के खुद हम मालिक होने चाहिए जी। लेकिन माता जी बात ये है कि जब हम औरत की बात करते हैं तो औरत का बहुत ऊंचा रुतबा है, औरत तो दूसरे औरत का दर्द समझती है, लेकिन यहाँ पे जो बॉलीवुड वाली औरतें हैं वो औरत का दर्द नहीं समझ रही, मजाक बना रही हैं। क्यों नहीं समझेंगी वह, उनका बच्चा नहीं है ये बताओ। बताओ वही माँ मालिनी बहन जी हमारी शामी क्यों ना आती, मारे तो बुझती क्यों ना, कम दुख मारे सा कम 100 रुपये मारे हैं। पैदा हुई है वह कहाँ से पैदा हुई है, एक औरत से ही तो वह पैदा हुई है। औरत ने तो संतान, औरत ने तो एक यो भारत बनाया है, बगैर औरत के भारत कैसे बन जाता है? मोदी की सही जरिए का पैदा हो रहा भाई साहब एक माँ मालिनी पब्लिक के बेचारा का न्यू का 100 रुपये मारे हैं। अच्छा रोवे हैं जमींदार रोड पपड़े रोवे हैं। इनका में डालकर ये कह देता है। माता जी आप ये बताइए कि जितनी देर से आपके आंदोलन के किसानों के खिलाफ बातचीत हो रही है, कभी आपको अत्याचारी बोला जाता है, कभी आपको गुमराह बोला जाता है, कभी आपको उग्रवादी बोलेंगे। अच्छा इंसान है, हम उग्रवादी क्यों हैं? हम किसान हैं, अपने हक के लिए मरे हैं, अपने बच्चे ने ले गए 2-2 महीने तक। उग्रवादी तो मोदी है, मोदी के बच्चे हैं, हम उग्रवादी क्यों हैं? और क्यों हम पैसा मारे हैं? हम अपने धंधे छोड़ हमारे डांगर भी भूखे मर रहे हैं, बच्चे भी भूखे मर रहे हैं, हम 2 महीने से बॉर्डर पर पड़े हैं। अगर आपके सामने हेमा मालिनी आ जाए और आपको ये बोले कि आप तो गुमराह हो गए हो, क्या बोलोगे? गुमराह तो आप हो, कारी हो, हम तो अपने बच्चा लेकर पड़े, हम गुमराह क्यों कर हो रहे हैं बता? हम तो अपने बच्चा लेकर पड़े 2 महीने तो पड़े हैं। हाँ माँ मानी तो नाचा ठूम के मार पैसे बना रही है, हम तो दिन रात मरे हैं। गंडा दब है, 1 साल में गंडा हो है, 1 साल में मोदी पैसे दे है सरकार ने, हम तो मर गए। 2 साल में हमें पैसा मिल रहा है तो बच्चे 2 साल के खाएंगे हैं? नौकरी आप कुछ बोलना चाहते हो? हाँ ये तुम न्यू बताओ, हेमा मालिनी मारे तो पैसे आड़ी है, गरीब आदमी की क्या समझावा? जो रोड पर पड़े कभी ने के 2 महीने हो गए 2। हेमा मालिनी ने ये तो बात कह दी, कभी पूछा कि बहन जी थारा क्या हाल है हैं? कभी पूछा है? हेमा मालिनी आकर पूछो मारे दुख बुझो, हेमा मालिनी का बोलने का जबक है कि मारे दुख पूछे वो आकर। जी आज कितना दुख होता है कि इन लोगों को कुर्सियों पे भी तो हमने बिठाया, वोटें तो हमने डाली थी। एक बात बताओ, आगे किसके बारे आ जाएगा? आगे किस पर मांग लेंगे? हेमा मालिनी और वो खट्टर या मोदी किसका आ जाएंगे हैं? तूने बता, हेमा मालिनी ने समुद्र बना देंगे, कौन रुपया बना देगा? हमने अडंगा पाड़िया, अरे दाना की फिर माटी कर दी बहन जी तुम एक बात बताओ, जमींदार खेत में पड़ा रहे, उन्हें सांप खाओ, उन्हें बिजली पकड़ो, डोला अंडे खात इतना महंगा, सबके इतना महंगा, फिर जमींदार की जिन्नेस का कोई पैसा नहीं है। नहीं बता 3000 का बा काट दिया, 2500 का काट दिया, ले वो सब 1500 रुपये, 1200 रुपये, 1000 रुपये,
वो भी हाथ जोड़ जोड़ के रखा जमींदार रोवे हैं। एक बात बताइए, बहुत लंबे समय से हरियाणा और पंजाब की दोस्ती नहीं होने दी गई और इस आंदोलन के कारण ये दोस्ती होगी, प्यार बढ़ गया। कितना मान होता है, कितनी खुशी होती है। हाँ, कितनी खुशी होती, बहुत खुशी हमने तो है। अब जो एकता हुई है और भाई हरियाणा की पंजाब की, इसने ये मोदी के कारण हुई। इसने ये गलत काम करे तो हमारा एकता होया जी हैं। जी। और तुम एक बात बता दो, आगे वोट किस पर लेंगे? लेकिन वो तो अभी भी फूट डालने की कोशिश करें, कभी SYL की बात करते हैं, कभी किसी चीज की बात करते हैं। वो चाहते ही नहीं कि इकट्ठे जमींदार हो। के लिए अच्छा करे तो ये क्यों बेचारे आका पड़े, क्यों हम पड़े हैं रोडा पे आकर ने? रोडा पे तो घेर दिए इसने हैं। कटर क्यों नहीं पड़ता रोड पाकर? मामा नहीं पढ़ो, धर्मेंद्र पढ़ो, किसान क्यों पड़े हैं? अपनी दिक्कत के हमारे पड़े हैं। हमने दिक्कत तो आकर पड़े हैं, वो आकर पढ़ कर दिखाओ ना। हमने कहा पैसे हम बेच रहे हैं, पैसे हम तो वो बेच रहे हैं। बता, आप एक बात बताओ, आज ताई मोदी ने, खट्टर ने, उस हिमा मालिनी ने, इतने एक्टरा ने किसी के की मन की पूछी है? अब भाई रोडा पे क्यों पड़े हो? किसी ने पूछी है के? प्रधानमंत्री खुद मन की बात करते हैं। वो नहीं कहे मैं मन की बात 25 तारीख ने बताऊंगा, मैं मन की बात 26 तारीख ने बताऊंगा, मैं मन की बात 20 तारीख ने बताऊंगा। आज ताई वो मन की बात कदे बताई है? जब जमींदार बिल्कुल खत्म हो आज ताई बताई है के मन की बात है? मन की बात वो किसी आगे बताई है के? वो मन की बात मन में रखा है और जमींदारा के पाछा लाग रहा, कभी खत्म करने हो रहा है। जमींदार अपने आधे मर जाएंगे, आधे तरवेंगे, फिर किसके बारना होगा? न्यू बता, ये वो न्यू कहे मेरा छोरा कौन है, मेरा छोरी कौन है, मेरा परिवार कौन है? क्या जाना वो भाषा परिवार की? जब क्या दुख जाना किसके बच्चे भूखे हैं, किसके छक्के हैं? गम गम है, तू तो कोट पार के बैठ गया। आप ये इसको उतारो थोड़ा सा, पता लगे माता जी कौन से हैं। यूं तो मैं पहचान में आ जाएंगी। फिर क्या हो गया? फिर क्या हो गया? न्यू सारी तो पढ़ी देखी साथ हो गया, डंगा पढ़ती पढ़ती आखे तो भी ना दिखता। अरीब देख के करती। एक बात बताओ, खाद इतना महंगा, सब केम इतना महंगा, बेल इतने महंगे, टीबल इतने महंगे हैं, भरे भी ना जाते, गरीब आदमी तो क्या खावे रोज? बता, जो राजनीतिक लोग हैं, जो लीडर हैं, वो बोलते हैं कि आप तो यहाँ घूमने फिरने के लिए आए हो, पिकनिक मनाने के लिए, पिकनिक मनाने के लिए। खत्म करवाना आए हैं, उसकी थोड़ी होता, थोड़ी खत्म करवाना आए हैं। एक भाई साहब, जब कोई मोदी खट्टर कोई हमारे मन की बुझा जब बतान्यू बतावे वो बेल्ला में लके बैठे, बेल्ला में लक गए, मुझसे बन के मुझसे कत्ताई लकेंगे, मुझसे न तो एक दिन भूखे मरेंगे। जो लकड़ना पड़ा है उन्हें लकड़ना पड़ेगा बेल्ला में, कितने दिन रहेगा बेल्ला में? कितने दिन रहेगा? और कितने दिन खट्टर न रखेगा? और कितने दिन मोदी रहेगा? और कितने दिन ये हिमा मालिनी ये रहेंगे? ये हिमा मालिनी फलाना डकड़ा ये सोवत चावत न्यू मैं प्रधानमंत्री बन जा, मैं फलाना बन जा। अरे जमींदार आके क्या करे हुए? ਬਿਲਕੁਲ ਸਹੀ ਗੱਲ ਆ। ਦੇਖੋ ਜੀ, ਅਸੀਂ ਇਹਨਾਂ ਮਤਾਵਾਂ ਦੇ ਅੰਦਰਲੇ ਗੁੱਸੇ ਨੂੰ, ਇਹਨਾਂ ਦੇ ਜਜ਼ਬੇ ਨੂੰ ਸਮਝਦੇ ਆ। ਹਰਮਨ ਜੀ, ਇਹ ਹੋ ਗਈਆਂ ਹਰਿਆਣੇ ਦੀਆਂ ਮਤਾਵਾਂ ਭੈਣਾਂ। ਹੁਣ ਆਪਾਂ ਪੰਜਾਬਣ ਭੈਣਾਂ ਮਤਾਵਾਂ ਦੇ ਨਾਲ ਵੀ ਗੱਲ ਕਰਨੀ ਆ ਵੀ ਉਹ ਕੀ ਸੋਚਦੀਆਂ ਜਦੋਂ ਉਹਨਾਂ ਦੇ ਉੱਤੇ ਮਾੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ। ਬਿਲਕੁਲ ਸਹੀ ਦੇ ਲਈ ਆਪਾਂ ਟਰਾਲੀ ਚੋਂ ਚੱਲ ਗਏ। ਬਿਲਕੁਲ ਜੀ, ਆਪਾਂ ਟਰਾਲੀ 'ਚੋਂ ਹੁਣ ਉਤਰ ਗਏ ਤੇ ਚੱਲ ਗਏ। ਹਰਮਨ ਜੀ, ਜਿਵੇਂ ਆਪਾਂ ਟਰਾਲੀ ਦੇ ਵਿੱਚ ਕੀਤੀ ਆ ਹਰਿਆਣੇ ਦੀਆਂ ਮਤਾਵਾਂ ਦੇ ਨਾਲ ਗੱਲ, ਇਹ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਮਤਾਵਾਂ ਭੈਣਾਂ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਕਹਿਣਾ ਚਾਹੁੰਦੀਆਂ ਨੇ ਇਹ ਅੱਜ ਦੀ ਤਰੀਕ ਦੇ ਵਿੱਚ। ਕਿਸਾਨ ਸੰਘਰਸ਼ ਇੱਥੇ ਪਹੁੰਚ ਗਿਆ ਤੇ ਹੇਮਾ ਮਾਲਿਨੀ ਜਾਂ ਕਦੇ ਕੋਈ ਟਿੱਪਣੀਆਂ ਅਵੱਲੀਆਂ ਜੀਆਂ ਤੇ ਕਸੂਤੀਆਂ ਜੀਆਂ ਕਰਦੇ, ਜਿਹਦੇ ਕਰਕੇ ਅੰਦਰਾ ਪਾਟ ਜਾਂਦਾ। ਬਿਲਕੁਲ ਸਹੀ। ਆਪਾਂ ਪਹਿਲਾਂ ਸਵਾਗਤ ਕਰੀਏ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਚੋਂ ਐਨ ਚੜ੍ਹਦੀ ਕਲਾ। ਪਹਿਲਾਂ ਦੱਸੋ ਵੀ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਪਟਿਆਲੇ ਤੋਂ ਆਏ ਹਾਂ। ਪਟਿਆਲੇ ਤੋਂ ਆਏ, ਪਹਿਲੀ ਵਾਰ ਆਏ ਜਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਆਏ ਹੋ? ਪਹਿਲੀ ਵਾਰ ਆਏ। ਅੱਛਾ, ਇਹ ਦੱਸੋ ਵੀ ਤੁਸੀਂ ਤਾਂ ਪੜ੍ਹੇ ਲਿਖੇ ਹੋ ਸਾਰੇ, ਵੀ ਹੇਮਾ ਮਾਲਿਨੀ ਨੇ ਪਿਛਲੇ ਦਿਨੀ ਇਹ ਗੱਲ ਕਹੀ ਆ ਕਿ ਜਿਹੜੇ ਇਹ ਕਿਸਾਨ ਬੈਠੇ ਆ ਨਾ, ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੈਠੇ ਕਿਉਂ ਆ, ਇਹਨਾਂ ਨੂੰ ਸੰਘਰਸ਼ ਦੇ ਬਾਰੇ ਮੁਕੰਮਲ ਗਿਆਨ ਹੀ ਹੈ ਨਹੀਂਗਾ। ਕੀ ਕਹਿਣਾ ਚਾਹੋਗੇ ਔਰਤਾਂ ਦੇ ਬਾਰੇ, ਕਿਸਾਨਾਂ ਬਾਰੇ ਇਹੋ ਜਿਹੀ ਟਿੱਪਣੀ ਕਰੇਗਾ? ਉਹਨੂੰ ਲਾਨਤ ਕਹਿਣੀ ਚਾਹੁੰਦੇ ਆ ਕਿ ਉਹਨੂੰ ਅਜੇ ਤੱਕ ਇਹੀ ਨਹੀਂ ਪਤਾ ਕਿ
ਪੁੱਛਦੇ ਆ ਵੀ ਕਿਉਂ ਬੈਠੇ ਆ ਜੇ ਐਡੀ ਵੱਡਾ ਅੰਦੋਲਨ ਹੈ ਇੰਨਾ ਜ਼ਬਰਦਸਤ ਰੋਣਾ ਬੱਚੇ ਨੂੰ ਪਤਾ ਤੇ ਹਿਮਾ ਮਾਲੀ ਨੂੰ ਪਤਾ ਨਹੀਂ ਮਾਤਾ ਜੀ, ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਉਹ ਕਹਿੰਦੀ ਕਿਸਾਨਾਂ ਨੂੰ ਹੀ ਨਹੀਂ ਪਤਾ ਵੀ ਉਹ ਬੈਠੇ ਕਿਉਂ ਹੈ, ਉਹ ਐਵੇਂ ਹੀ ਬੈਠੇ ਨੇ, ਉਹ ਆਪ ਹੀ ਨਹੀਂ ਇਹੀ ਜਾਣਦੇ। ਤਾਂ ਗੱਲ ਹੈ ਵੀ ਉਹਨਾਂ ਨੂੰ ਕਿਉਂ ਲੱਗਦਾ ਵੀ ਕਿਸਾਨਾਂ ਨੂੰ ਨਹੀਂ ਪਤਾ। ਜੀ ਜੀ, ਕਿਸਾਨ ਤਾਂ ਕੀ ਉਹਨਾਂ ਦੇ ਬੱਚਿਆਂ ਨੂੰ ਵੀ ਪਤਾ ਇਹ ਚੀਜ਼ ਵੀ ਇਹ ਅੰਦੋਲਨ ਕੀ ਹੈ ਤੇ ਅਸੀਂ ਕੀ ਕਰਨਾ ਹੈ। ਸਾਡੇ ਹੱਕ ਖੋਏ ਜਾ ਰਹੇ ਹੈ, ਅਸੀਂ ਆਪਣੇ ਹੱਕ ਬਚਾ ਕੇ ਰੱਖਣੇ ਨੇ। ਉਹਨੂੰ ਇਹੀ ਨਹੀਂ ਪਤਾ ਹੈ ਮੰਮਾ, ਬਿਲਕੁਲ ਇਹ ਸਹੀ। ਪਤਾ ਹੋਣਾ ਚਾਹੀਦਾ। ਅੱਜ ਇਹ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਜਿਹੜਾ ਹੈ ਇਹ ਸਿਰਫ ਅਣਭੋਲ ਲੋਕ ਬੈਠੇ ਨੇ, ਇਹ ਪੜ੍ਹੇ ਲਿਖੇ ਨਹੀਂ ਹੈਗੇ, ਇਹਨਾਂ ਨੂੰ ਜਾਣਕਾਰੀ ਨਹੀਂ ਹੈ, ਇਹਨਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਬਾਬਤ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ? ਉਹ ਭੋਲੇ ਤਾਂ ਜ਼ਰੂਰ ਹੈ, ਉਹ ਐਡੇ ਭੋਲੇ ਬੁੱਧੂ ਨਹੀਂ ਹੈ। ਭੋਲੇ ਜ਼ਰੂਰ ਹੈ, ਬੁੱਧੂ ਨਹੀਂ ਹੈ। ਉਹਨਾਂ ਦੀ ਬੁੱਧੀ ਬਹੁਤ ਤੇਜ਼ ਹੈ, ਉਹਨਾਂ ਨੂੰ ਸਭ ਪਤਾ ਹੈ। ਉਹਨਾਂ ਨੂੰ ਅੱਜ ਪਤਾ ਹੈ ਅਸੀਂ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ ਤੇ ਹੱਕ ਕਿਵੇਂ ਖੋਣੇ ਨੇ, ਔਰ ਖੋ ਕੇ ਜਾ ਰਹਿਣਗੇ। ਤੁਸੀਂ ਇਹ ਦੱਸੋ ਜੀ ਕਿ ਲੰਬੇ ਸਮੇਂ ਤੋਂ ਇਹ ਅੰਦੋਲਨ ਚੱਲ ਰਿਹਾ, ਲਗਭਗ 2 ਮਹੀਨੇ ਹੋ ਚੱਲੇ ਆ, ਥਕਾਵਟ ਮਹਿਸੂਸ ਹੋਣ ਲੱਗੀ ਕਿ ਨਹੀਂ? ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਆਪਣੀਆਂ ਸਹੇਲੀਆਂ ਦੇ ਵਿੱਚ, ਹੋਰ ਔਰਤਾਂ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਲੱਗਦਾ ਵੀ ਚਿਹਰੇ ਦੇ ਹਾਵ ਭਾਵ ਤੋਂ ਥੱਕੇ ਪਏ ਜਾਂ ਅੱਕੇ ਪਏ? ਅਸੀਂ ਨਾ ਹੀ ਥੱਕਣ ਵਾਲਿਆਂ ਚ ਨਾ ਹੀ ਅੱਕਣ ਵਾਲਿਆਂ ਚੋਂ ਆ। ਠੀਕ ਆ, ਅਸੀਂ ਆਪਣਾ ਰਣ ਜਿੱਤਣਾ। ਕਈ ਬੰਦੇ ਇਹ ਗੱਲ ਕਹਿੰਦੇ ਆ ਵੀ ਇਸ ਅੰਦੋਲਨ ਦੇ ਵਿੱਚ ਗਲਤ ਅਨਸਰ ਵੜ ਗਏ ਆ, ਇਹ ਤਾਂ ਜੀ ਭੜਕਾਉਣ ਵਾਲਾ ਕੰਮ ਕਰਦੇ ਆ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਉਹ ਸਾਨੂੰ ਥੱਲੇ ਲਾਉਣਾ ਚਾਹੁੰਦੇ ਆ, ਅਸੀਂ ਥੱਲੇ ਨਹੀਂ ਲੱਗਣਾ। ਚੜ੍ਹਦੀ ਕਲਾ ਵਿੱਚ ਰਵਾਂਗੇ। ਸਭ ਕੁਝ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸਾਨੂੰ ਦੇਣਗੇ ਤੇ ਅਸੀਂ ਘਰਾਂ ਨੂੰ ਜਾਵਾਂਗੇ। ਬਈ ਮਾਤਾ ਜੀ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਵੀ ਜਿਹੜੀ ਸਰਕਾਰ ਦੇ ਵੱਲੋਂ ਤਰੀਕ ਤੇ ਤਰੀਕ ਪਾਈ ਜਾ ਰਹੀ ਹੈ, ਹਰ ਵਾਰ ਮੀਟਿੰਗ ਜਿਹੜੀ ਹੈ ਅੱਗੇ, ਉਹ ਸਿਰਫ ਇਸ ਲਈ ਕਿ ਤਾਂ ਜੋ ਕਿਸਾਨਾਂ ਨੂੰ ਥਕਾ ਦਿੱਤਾ ਜਾਏ ਤੇ ਆਪਣੇ ਆਪ ਥੱਕ ਹਾਰ ਕੇ ਵਾਪਸ ਚਲੇ ਜਾਣ। ਇਹ ਕੌਮ ਨਾ ਥੱਕਣ ਵਾਲੀ ਨਾ ਅੱਕਣ ਵਾਲੀ ਆ। ਠੀਕ ਆ ਜੀ, ਇਹ ਸ਼ੁਰੂ ਤੋਂ ਬੜਾ ਕੁਝ ਵੇਂਦੀ ਆਈ ਆ। ਨਾ ਇਹਨੇ ਥੱਕਣਾ, ਨਾ ਇਹਨੇ ਹਾਰ ਖਾਣੀ ਆ, ਨਾ ਇਹਨੇ ਕਿਸੇ ਇਹ ਜਿਹੜੇ ਕੰਮ ਚੁੱਕੇ ਆ ਨਾ, ਇਹਨਾਂ ਨੂੰ ਫਤਿਹ ਕਰਕੇ ਫੇਰ ਜਾਣਗੇ ਇੱਥੋਂ। ਕੀ ਲੱਗਦਾ ਹੈ ਕਿੰਨੀ ਜਲਦੀ ਫੈਸਲਾ ਜਿਹੜਾ ਉਹ ਆ ਜਾਏਗਾ? ਕਿੰਨੀ ਦੇਰ ਹੋਰ ਸੰਘਰਸ਼ ਜਿਹੜਾ ਹੱਲੇ ਕਰਨਾ ਪਏਗਾ? ਇਹ ਰਾਜਾ ਰਾਣੇ ਤੋਂ ਪੈਂਦੀਆਂ ਆਈਆਂ ਨੇ ਜੱਟਾਂ ਜੀ, ਸਿੰਘਾਂ ਨੂੰ ਹੈ, ਉਹਨਾਂ ਇੰਨੇ ਜੰਗਾਂ ਜਿੱਤੀਆਂ, ਇੰਨਾ ਕੁਝ ਹੋਇਆ, ਉਹ ਫੇਰ ਨਹੀਂ ਥੱਕੇ ਤੇ ਅਸੀਂ ਵੀ ਉਸੇ ਕੌਮ ਚੋਂ ਆ, ਉਹਨਾਂ ਦੇ ਹੀ ਬੱਚੇ ਆ ਅਸੀਂ ਅੱਜ ਵੀ। ਕੀ ਕਹਿਣਾ ਚਾਹੋਗੇ ਜੀ, ਜਿਹੜਾ ਇਹ ਅੱਜ ਸੰਘਰਸ਼ ਜਿਹੜੇ ਮੁਕਾਮ ਦੇ ਉੱਤੇ ਪਹੁੰਚ ਗਿਆ, ਇਹਨੂੰ ਤਾਰਪੀੜੋ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ। ਔਰਤਾਂ ਦਾ ਯੋਗਦਾਨ ਭਾਵੇਂ ਘਰ ਬੈਠਿਆਂ ਹੋਵੇ, ਭਾਵੇਂ ਇੱਥੇ ਫੁਲਕਾ ਪਕਾਉਣ ਦੇ ਰੂਪ 'ਚ ਹੋਵੇ, ਭਾਵੇਂ ਸਟੇਜ ਦੇ ਕੋਲੇ ਬੈਠ ਕੇ ਨਾਅਰੇ ਲਾਉਣ ਦੇ ਰੂਪ ਦੇ ਵਿੱਚ ਹੋਵੇ ਵੱਡਮੁੱਲਾ, ਪਰ ਔਰਤਾਂ ਹੀ ਕਹਿ ਰਹੀਆਂ ਫਿਲਮੀ ਖੇਤਰ ਦੀਆਂ, ਰੀਅਲ ਲਾਈਫ ਨਹੀਂ, ਉਹਨਾਂ ਦੀ ਰੀਅਲ ਵਾਲੀ ਲਾਈਫ ਆ। ਉਹ ਕਹਿਣਗੇ ਜੀ ਇਹ ਤਾਂ ਐਵੇਂ ਹੀ ਹਨ, ਕਦੇ ਪਾਇਲ ਰੋਹਤਗੀ ਆ ਗਈ, ਕਦੇ ਕੰਗਣਾ ਆ ਗਈ, ਕਦੇ ਹਿਮਾ ਮਾਲਿਨੀ ਆ ਗਈ। ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਨਹੀਂ, ਉਹ ਤੇ ਸਭ ਕੁਝ ਗਲਤ ਕਹਿ ਰਹੀਆਂ ਆ। ਔਰਤਾਂ ਘਰ ਛੱਡ ਕੇ ਇੱਥੇ ਸੰਘਰਸ਼ ਵਾਸਤੇ ਆਈਆਂ ਹੋਈਆਂ ਆ ਤੇ ਜਦੋਂ ਤੱਕ ਹੱਕ ਨਹੀਂ ਮਿਲਦੇ ਔਰਤਾਂ ਨੂੰ, ਉਹ ਵਾਪਸ ਘਰੇ ਨਹੀਂ ਜਾਣਗੀਆਂ। ਬਸ ਇਹੀ ਸੋਚ ਰਹੀਆਂ ਕਿ ਜਦੋਂ ਸਾਨੂੰ ਸਾਡਾ ਹੱਕ ਮਿਲ ਗਿਆ ਉਦੋਂ ਅਸੀਂ ਘਰ ਜਾਣਾ, ਤੇ ਨਾ ਹੀ ਕਮਜ਼ੋਰ ਇਹ ਸੰਘਰਸ਼ ਜੋ ਹੈ ਕਮਜ਼ੋਰ ਹੋ ਰਿਹਾ ਹੈ। ਇਹ ਦਿਨੋਂ ਦਿਨ ਸੰਘਰਸ਼ ਹੋਰ ਤੇਜ਼ ਹੋ ਰਿਹਾ ਹੈ, ਲੋਕਾਂ ਵਿੱਚ ਹੋਰ ਜੋਸ਼ ਪੈਦਾ ਹੋ ਰਿਹਾ ਹੈ, ਵੱਧ ਤੋਂ ਵੱਧ। ਇੰਡੀਆ ਲੈਵਲ ਤੇ ਨਹੀਂ, ਇਹ ਵਰਲਡ ਲੈਵਲ ਤੇ ਤੇਜ਼ ਹੋ ਰਿਹਾ ਹੈ। ਜੀ ਭੈਣ ਜੀ, ਬਹੁਤ ਸਾਰੇ ਮੀਡੀਆ ਦੇ ਅੰਗ ਵੀ ਇਹੋ ਜਿਹੇ ਨੇ ਜਿਹੜੇ ਇਹ ਕਹਿ ਕੇ ਪ੍ਰਚਾਰ ਕਰ ਰਹੇ ਨੇ ਕਿ ਦੇਖੋ ਜੀ ਆਪਣੀਆਂ ਔਰਤਾਂ ਨੂੰ ਰੋਟੀਆਂ ਬਣਾਉਣ ਦੇ ਲਈ ਇਹ ਨਾਲ ਲੈ ਆਏ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਔਰਤਾਂ ਹੋਰ ਵੀ ਬਹੁਤ ਅਹਿਮ ਭੂਮਿਕਾ ਨਿਭਾ ਰਹੀਆਂ ਨੇ। ਉਹਨਾਂ ਬਾਰੇ ਕੀ ਕਹੋਗੇ? ਹਾਂਜੀ, ਨਹੀਂ, ਔਰਤਾਂ ਪਹਿਲਾਂ ਵਰਗੀਆਂ ਇੱਕ ਚਾਰ ਦੀਵਾਰੀ ਦੇ ਵਿੱਚ ਅੰਦਰ ਬੰਦ ਰਹਿਣ ਵਾਲੀਆਂ ਨਹੀਂ ਰਹਿ ਗਈਆਂ। ਹੁਣ ਔਰਤਾਂ ਦੀ ਸੋਚ ਬਹੁਤ ਉੱਪਰ ਤੱਕ ਚਲੀ ਗਈ ਹੈ। ਦੇਖੋ ਕਲਪਨਾ ਚਾਵਲਾ ਵਰਗੀਆਂ ਕਿੱਥੇ ਤੱਕ ਪਹੁੰਚ ਗਈਆਂ ਸਨ। ਔਰਤਾਂ ਵਿੱਚ ਵੀ ਮਰਦਾਂ ਦੇ ਬਰਾਬਰ ਸੋਚ ਆ, ਔਰਤਾਂ ਵਿੱਚ ਵੀ ਮਰਦਾਂ ਦੇ ਬਰਾਬਰ ਜੋਸ਼ ਹੈ। ਔਰਤਾਂ ਵੀ ਸਭ ਕੁਝ ਕਰ ਸਕਦੀਆਂ ਜੀ। ਹਾਂਜੀ, ਤੇ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਹਿੱਸਾ ਲੈ ਰਹੀਆਂ ਹਨ। ਔਰ ਜੀ ਭੈਣ ਜੀ, ਕਿੰਨੇ ਦਿਨਾਂ ਤੋਂ ਤੁਸੀਂ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹੋ? ਮੈਮ, ਜਦ ਦਾ ਸ਼ੁਰੂ ਹੋਇਆ, ਚਾਹੇ ਅਸੀਂ ਆਏ ਚਾਹੇ ਨਹੀਂ ਆਏ, ਅਸੀਂ ਘਰ ਬੈਠੇ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਆ ਸ਼ੁਰੂ ਤੋਂ। ਮੈਂ ਖੁਦ ਇੱਕ ਹਿੰਦੂ ਫੈਮਿਲੀ 'ਚ ਬਿਲੋਂਗ ਕਰਦੀ ਹਾਂ, ਮੈਂ ਟੀਚਰ ਹਾਂ। ਮੈਂ ਬੱਚਿਆਂ ਨੂੰ ਕੀ ਸਿਖਾਉਂਗੀ? ਜਦ ਮੇਰਾ ਬੇਟਾ ਆ ਮੈਨੂੰ ਪੁੱਛ ਰਿਹਾ ਕਿ ਮੰਮਾ ਕਿਸਾਨ ਉੱਥੇ ਕਿਉਂ ਬੈਠੇ ਹੋਏ ਆ, ਮੈਂ ਇਹਨੂੰ ਘਰ ਬੈਠ ਕੇ ਨਹੀਂ ਦੱਸਣਾ ਕਿਉਂ ਬੈਠੇ ਹੋਏ ਆ। ਮੈਂ ਇਹਨੂੰ ਲੈ ਕੇ ਆਈ ਹਾਂ, ਮੇਰੀ 2 ਸਾਲ ਦੀ ਬੇਟੀ ਘਰ ਬੈਠੀ ਹੈ, ਉਹਨੂੰ ਮੈਂ ਛੱਡ ਕੇ ਆਈ ਹਾਂ। ਇਹਨੂੰ ਮੈਂ ਦੱਸਣ ਆਈ ਹਾਂ ਕਿ ਅਸੀਂ ਆਪਣੇ ਹੱਕ ਲਈ ਲੜ ਕੇ ਲੈਣੇ। ਅਸੀਂ ਹੱਕ, ਝਾਂਸੀ ਦੀ ਰਾਣੀ ਵੀ ਆਪ ਉਤਰੀ ਸੀ ਹੱਕ ਲੈਣ। ਘਰਾਂ 'ਚ ਬੈਠ ਕੇ ਮੈਂ ਟੀਚਰ ਹਾਂ, ਮੈਂ ਬੱਚਿਆਂ ਨੂੰ ਕੀ ਸਿਖਾਉਂਗੀ? ਤੁਹਾਡੇ ਕੋਈ ਹੱਕ ਖੋਹਦਾ, ਤੁਸੀਂ ਘਰਾਂ 'ਚ ਬੈਠ ਕੇ ਰੋ ਲਓ। ਹਿਮਾ ਮਾਲਿਨੀ ਖੁਦ ਇੱਕ ਲੇਡੀ ਹੋ ਕੇ ਕਹਿ ਰਹੀ ਆ ਕਿ ਉਹ ਤਾਂ ਪਤਾ ਨਹੀਂ ਅਨਭੋਲ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਿਉਂ ਬੈਠੇ ਹੋਏ ਹੈ। ਅਗਲਿਆਂ ਦੀਆਂ 70 ਮੈਂ ਐਮਫਿਲ ਮੈਥਮੈਟਿਕਸ ਹਾਂ, ਮੈਂ ਡਿਸਟ੍ਰਿਕਟ ਟੌਪਰ ਹਾਂ, ਮੈਂ ਗਵਰਨਮੈਂਟ ਇੰਪਲਾਈ ਹਾਂ,
ਫਿਰ ਵੀ ਅੱਜ ਮੈਨੂੰ ਮਜਬੂਰ ਹੋ ਕੇ ਬੋਲਣਾ ਪੈ ਰਿਹਾ ਕਿਸਾਨਾਂ ਦਾ ਹਾਲ ਦੇਖਦੇ ਹੋਏ। ਹੇਮਾ ਮਾਲਿਨੀ ਔਰਤ ਹੋਣ ਦੇ ਨਾਤੇ ਵੀ ਕਹਿ ਰਹੀ ਹੈ, ਅਨੁਭਵ ਹੈ ਕਿਉਂ ਬੈਠੇ ਹੋਏ ਹੈ। 70 ਤੋਂ ਵੱਧ ਮੌਤਾਂ ਹੋ ਚੁੱਕੀਆਂ, 70 ਮੌਤਾਂ ਨਹੀਂ 70 ਪਰਿਵਾਰ ਖਤਮ ਹੋ ਗਏ। ਹੱਲੇ ਵੀ ਉਹ ਅਨਭੋਲ ਕਹਿ ਰਹੀ ਹੈ। ਅਨਭੋਲ ਜ਼ਰੂਰ ਹੈਗੇ, ਉਹ ਬੇਵਕੂਫ ਨਹੀਂ ਹੈਗੇ। ਹੱਕ ਲੈਣਾ ਸਾਨੂੰ ਆਂਦਾ ਹੈ, ਅਸੀਂ ਸੜਕਾਂ 'ਤੇ ਉਤਰਾਂਗੇ। ਕੱਲ੍ਹ ਨੂੰ ਮੇਰੇ ਬੇਟੇ ਨੂੰ ਪ੍ਰੋਬਲਮ ਆਂਦੀ ਹੈ ਨਾ, ਉਹ ਘਰ ਬੈਠ ਕੇ ਰੋਊਗਾ ਨਹੀਂ, ਆਪਣਾ ਹੱਕ ਲੈਣ ਲਈ ਉਤਰੂਗਾ। ਇੱਕ ਮਾਂ ਹੀ ਉਹਨੂੰ ਸਿਖਾਊਗੀ, ਇੱਕ ਮਾਂ ਪੂਰਾ ਖਾਨਦਾਨ ਬਣਾਉਂਦੀ ਹੈ। ਕੱਲੀ ਇੱਕ ਮੈਂ ਨਹੀਂ, ਮੇਰੇ ਨਾਲ ਮੇਰੇ ਬੱਚੇ ਆ, ਮੇਰੀ ਫੈਮਿਲੀ ਆ, ਅੱਗੇ ਇਹਨਾਂ ਦੀ ਫੈਮਿਲੀ ਆ। ਅਸੀਂ ਇਹਨਾਂ ਨੂੰ ਹੱਕ ਲੈਣਾ ਸਿਖਾਵਾਂਗੇ, ਅੱਗੇ ਇਹ ਲੜ ਕੇ ਆਪਣਾ हक लेंगे। किसान एकता जिंदाबाद। हाँ जी, की कहना चाहोगे माता जी? मैं ये कहना चाहूँ भाई, वो देखो हमारे भाई इतनी दूर से इकट्ठे हो रहे हैं भाई, हमारे को बहुत दुख है। देखो ठंड है, बारिश हो रही है, नीचे से पानी जा रहा है, पड़े हैं भाई। और हम ये मोदी जी अपने कानून वापस ले, बस हमारे ये याद है। पर जिहड़े केंद्र के 3 मंत्री बात करते हैं हमेशा किसानों के साथ, वो बोल रहे हैं कि हम नहीं कानून रद्द करेंगे, हमने तो कुछ करना ही नहीं। सुप्रीम कोर्ट ने अब आर्जी तौर पर रोक लगा दी है, तो फिर भी किसान नहीं जाते, तो इस समय हल कैसे निकलेगा? देखो हल तो निकलना पड़ेगा भाई। या 26 जनवरी को रैली निकालेंगे, मोर्चा ने रैली। आप भी जाओगे? हाँ जाएंगे। ट्रैक्टर चलाओगे? से ही हूँ, ये कुंडली से ही। हाँ जाएंगे जरूर। तो ट्रैक्टर चलाने का पूरा अभ्यास कर लिया? अभ्यास तो नहीं, लेकिन अपनी बहनों के साथ बैठेंगे भाई। मेरे को तो आता नहीं, अपनी बहनों के साथ बैठेंगे। हम यहाँ गांव के अंदर अपने भाइयों को अपनी वो भी दे रहे हैं भाई, गर्म पानी करते हैं, नहलाते हैं उनको, सुबह नाश्ता बनाते हैं भाइयों के लिए। कहीं जाते अपने किराए पे रूम दे रखे हैं अपने भाइयों को, मदद जैसे होती है भाई। बहनों की तैयारी कैसी चल रही है 26 जनवरी को लेकर? वो कैसी तैयारी कर रही है? वो तैयार है? हाँ तैयार है सब जी। ट्रैक्टर चलाना सीख रही है, सारा कुछ? ये हरियाणा की नहीं सीख रही, लेकिन पंजाब की सीख रही। अच्छा, हरियाणा के ਹਰਮਨ ਜੀ ਆਪਣੇ ਨਾਲ ਨੇ ਖੈੜਾ ਸਾਹਿਬ ਨੇ, ਇਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿਣਾ ਬੜਾ ਵਾਇਰਲ ਹੋਇਆ ਕਿ ਜੇਕਰ ਅੰਨਦਾਤਾ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ। ਵਾਹ। ਇਹ ਆਪਣੇ ਆਪ ਦੇ ਵਿੱਚ ਬੜੀ ਵੱਖਰੀ ਤੇ ਵੱਡੀ ਗੱਲ ਹੈ, ਜਦੋਂ ਅੱਜ ਹਰ ਰੋਜ਼ ਖਾਲਿਸਤਾਨ ਦੇ ਨਾਂ ਦੇ ਉੱਤੇ ਕਿਸਾਨ ਨੂੰ, ਅੰਨਦਾਤੇ ਨੂੰ ਬਦਨਾਮ ਕੀਤਾ ਜਾਂਦਾ। ਕੀ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਵੀਰ ਜੀ। ਸੱਚ ਜਾਣਿਓ, ਅੱਜ ਮੇਰਾ ਬਹੁਤ ਵੱਡਾ ਦਿਨ ਹੈ। ਮੈਨੂੰ ਇੱਕ ਸਾਖਸ਼ਾਤ ਇਹ ਸ਼ਖਸੀਅਤ ਤੇ, ਚਲੋ ਵੀਰ ਜੀ ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਖੇਤੀ ਖਿੱਤੇ ਨਾਲ ਕੋਈ ਸਿੱਧਾ ਸੰਬੰਧ ਨਹੀਂ, ਪਰ ਜਦੋਂ ਮੈਂ ਦੇਖਿਆ ਪਾਕ ਪਵਿੱਤਰ ਅੰਦੋਲਨ ਦੇ ਜਿਹੜੇ ਇੱਥੇ ਸਾਥੀ ਕਿਸਾਨ ਵੀਰ ਬੈਠੇ ਹੈ, ਜਿਹੜੇ ਦੇਸ਼ ਦਾ ਢਿੱਡ ਭਰਦੇ ਹੈ, ਉਹਨਾਂ ਨੂੰ ਮੋਦੀ ਦੇ ਪ੍ਰਚਾਰ ਤੰਤਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹ ਦਰਸਾਇਆ ਜਾ ਰਿਹਾ ਸੀ ਇੱਕ ਐਂਟੀ ਨੈਸ਼ਨਲ ਹੈ, ਇੱਕ ਇਹ ਦਰਸਾਇਆ ਜਾ ਰਿਹਾ ਸੀ ਇੱਕ ਖਾਲਿਸਤਾਨੀ ਹੈ, ਤਾਂ ਮੇਰੇ ਮਨ 'ਚ ਇੱਕ ਜਿਹੜਾ ਕਿਸਾਨ ਧਰਤੀ ਦੀ ਹਿੱਕ ਚੀਰ ਕੇ ਅਨਾਜ ਪੈਦਾ ਕਰਦਾ ਸਾਡੇ ਲਈ ਰਾਤਾਂ ਜਾਗ ਕੇ, ਉਹਨੂੰ ਜੇ ਖਾਲਿਸਤਾਨੀ ਕਹਿੰਦੇ ਹੈ ਤਾਂ ਮੈਂ ਹਿੱਕ ਢਾਹ ਕੇ ਕਹਿਣਾ ਹੈ ਕਿ ਮੈਂ ਹਿੰਦੂ ਖਾਲਿਸਤਾਨੀ ਹਾਂ। ਮੈਂ ਵੀਰ ਜੀ ਤੁਹਾਨੂੰ ਬਹੁਤ ਫੋਲੋ ਕਰਦਾ, ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਮੈਂ ਤੁਹਾਨੂੰ ਕੋਈ ਇੰਪ੍ਰੈਸ ਨਹੀਂ ਕਰ ਰਿਹਾ ਭੈਣ ਜੀ ਨੂੰ ਜਾਂ ਤੁਹਾਨੂੰ, ਮੈਂ ਤੁਹਾਨੂੰ ਦਿਲੋਂ ਕਹਿਣਾ ਕਿ ਮੈਂ ਜਦੋਂ ਇੱਥੇ 5 ਦਿਨ 3 ਵਾਰੀ ਲਾ ਕੇ ਗਿਆ, ਅੱਜ ਚੌਥੀ ਵਾਰ ਆਇਆ ਮੈਂ। ਜਦੋਂ ਮੈਂ ਇਹ ਬੋਰਡ ਲੈ ਕੇ ਖੜਾ ਹੁੰਦਾ ਸੀ ਵੀਰ ਜੀ ਸ਼ੁਰੂ 'ਚ, ਤਾਂ ਮੈਨੂੰ ਦੁਨੀਆ ਦੇ ਹਰ ਟੀਵੀ ਸਵਾਏ ਗੋਦੀ ਮੀਡੀਆ, BBC, NDTV, ਹਰ ਇੱਕ ਨੇ ਕਵਰ ਕੀਤਾ। ਮੇਰੇ ਮਨ ਦੀ ਮਨਸ਼ਾ ਸੀ ਵੀ ਮੇਰਾ ਭਾਈ ਸਰ, ਔਰ ਕੱਲ ਮੈਂ ਇੱਕ ਸਪੈਸ਼ਲ ਸਟੇਜ ਤੇ ਵੀ ਕਿਹਾ, ਜੇ ਮੋਦੀ ਮੀਡੀਆ ਜਿਹੜਾ ਹੈ ਇਹ ਇਨਸਾਫ ਨਹੀਂ ਕਰ ਰਿਹਾ ਕਲਮ ਨਾਲ, ਮੈਂ ਕਿਹਾ ਸੀ ਜੇ ਇਨਸਾਫ ਕਰਨਾ ਸਿੱਖਣਾ ਹੈ ਕਲਮ ਨਾਲ, ਸਿੱਖੋ ਟੈਣਾ ਸਾਹਿਬ ਤੋਂ, ਸਿੱਖੋ ਯਾਦਵੰਦਰ ਤੋਂ। ਮੈਂ ਵੀਰ ਜੀ ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਜਦੋਂ ਘਰੇ ਜਾਂਦਾ ਨਾ ਵਾਪਸ ਇੱਥੇ 5 ਦਿਨ ਲਾ ਕੇ, ਮੈਂ ਆਪਦੇ ਮਨ ਦੀ ਅਵਸਥਾ ਦੱਸਦਾ। ਮੈਨੂੰ ਪਤਾ ਮੇਰੇ ਇਕੱਲੇ ਇਸ ਸ਼ਮੂਲੀਅਤ ਨਾਲ ਇੱਥੇ ਕੋਈ ਇਨਕਲਾਬ ਨਹੀਂ ਆਣਾ, ਮੈਨੂੰ ਇਸ ਅੰਦੋਲਨ ਨਾਲ ਇਸ਼ਕ ਹੋ ਗਿਆ। ਮੈਂ ਘਰੇ ਜਾਂਦਾ ਫਿਰ ਚਾਹ। ਤੁਸੀਂ ਭਾਵੁਕ ਹੋ ਗਏ, ਤੁਸੀਂ ਭਾਵੁਕ ਹੋ ਇਸ ਵੇਲੇ, ਬਹੁਤ ਭਾਵੁਕ ਹੋ ਵੀਰ ਜੀ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਇਹਨਾਂ ਕਿਸਾਨ, ਸਮੁੱਚੇ ਕਿਸਾਨ ਆਗੂਆਂ ਨੂੰ ਆਪਦਾ ਇਸ਼ਟ ਮੰਨਦਾ। ਮੈਨੂੰ ਇਸ਼ਕ ਹੈ, ਮੈਂ ਇਸ਼ਟ ਮੰਨਦਾ ਇਹਨਾਂ ਨੂੰ। ਦੇਖੋ ਮੈਨੂੰ ਹਿੰਦੂ ਪਰਿਵਾਰ 'ਚ ਹੋਣ ਕਰਕੇ ਮੈਨੂੰ ਵੀਰ ਜੀ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਸੀ ਤੂੰ ਦੂਜੇ ਦਿਨ ਉੱਥੇ ਚਲਾ ਜਾਂਦਾ, ਆਪਣਾ ਕੀ ਲੈਣਾ ਦੇਣਾ। ਮੇਰਾ ਜਵਾਬ ਹੁੰਦਾ ਇਹ ਜਨ ਮਾਨਸ ਦਾ ਮੁੱਦਾ ਹੈ, ਆਪਾਂ ਰੋਟੀ ਖਾਂਦੇ ਹਾਂ। ਭੈਣ ਮੇਰੀਏ, ਮੈਂ ਤੈਨੂੰ ਬਹੁਤ ਦੇਖਦਾ, ਮੈਂ ਤੁਹਾਨੂੰ ਬੜਾ ਫਾਲੋ ਕਰਦਾ। ਮੈਂ ਇੰਨਾ ਸੌਰੀ ਮੈਂ ਆਊਟ ਆਫ ਕੰਟੈਸਟ ਹੋ ਜਾਂਦਾ ਵੀਰ ਜੀ। ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ,
ਤੁਸੀਂ ਯਾਦ ਕਰੋ ਉਹ ਦਿਨ। ਅੱਜ ਤੁਸੀਂ ਇਹਨਾਂ ਕੋਲੇ ਪਾਲੇ ਕਿਸਾਨ ਵੀਰਾਂ ਨੂੰ ਜਿਹੜੇ ਪਾਕ ਪਵਿੱਤਰ ਨੇ, ਇਹਨਾਂ ਨੂੰ ਤੁਸੀਂ ਖਾਲਿਸਤਾਨੀ ਕਹਿੰਦੇ ਹੋ। ਵੀਰ ਜੀ, ਇਹ ਉਹ ਕੌਮ ਹੈ, ਇਹ ਉਹ ਕੌਮ ਹੈ ਜਿਨ੍ਹਾਂ ਨੇ ਜ਼ਿੰਦਗੀ 'ਚ ਆਪਦੀਆਂ, ਜਦੋਂ ਦੇਸ਼ ਆਜ਼ਾਦ ਹੋਇਆ, ਇਹ ਉਹ ਕੌਮ ਹੈ ਜਿਨ੍ਹਾਂ ਨੇ ਜਦ ਸਭ ਤੋਂ ਵੱਡੀਆਂ ਕੁਰਬਾਨੀਆਂ 90% ਇਹ ਜਾਣੂ ਹੈ ਸਰਕਾਰ। ਉਦੋਂ ਇਹਨਾਂ ਨੂੰ ਪੁੱਛਿਆ ਗਿਆ, ਇਸ ਕੌਮ ਨੂੰ, ਕਿ ਤੁਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਹੋ ਕਿ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹੋ ਜਾਂ ਆਪਦਾ ਦਾ। ਇਹਨਾਂ ਦਾ ਜਵਾਬ ਸੀ, ਨਹੀਂ, ਸਾਡੇ ਇੱਥੇ ਹੱਕ ਹਲੂਲ ਜਿਹੜੇ ਸੁਰੱਖਿਅਤ ਹੈ ਉਹ ਭਾਰਤ 'ਚ ਹੈ। ਅੱਜ ਇਹਨਾਂ ਨੂੰ ਆਪਾਂ ਅੱਤਵਾਦੀ ਕਹਿ ਰਹੇ ਹਾਂ। ਵੀਰ ਜੀ, ਉਦੋਂ ਕਿੱਥੇ ਸੀ ਆਪਣੇ ਦੇਸ਼ ਦੇ? ਮੈਂ ਇਹ ਕਿਸਾਨਾਂ ਦਾ ਇਕੱਲਿਆਂ ਦਾ ਅੰਦੋਲਨ ਨਹੀਂ ਹੈ ਟੈਣਾ ਸਾਹਿਬ। ਵੀਰ ਜੀ, ਜਿਹੜੀ ਮੇਰੀ ਗੱਲ ਨੂੰ ਸਮਝੋ, ਇਹ ਹਰ ਫਿਰਕੇ ਦਾ ਅੰਦੋਲਨ ਹੈ, ਇਹ ਹਰ ਵਾਸੀ ਦਾ ਅੰਦੋਲਨ ਹੈ। ਇੱਥੇ ਹਿੰਦੂ ਵੀ ਉਹਨੇ ਨੇ, ਮੁਸਲਮਾਨ, ਸਿੱਖ, ਈਸਾਈ, ਬੋਧੀ, ਜੈਨੀ ਸਾਰੇ ਇੱਥੇ ਹਾਜ਼ਰ ਨੇ। ਵੀਰ ਜੀ, ਮੈਂ ਜਦੋਂ ਯਾਦਨਾ ਨਾ ਮੇਰਾ ਮਨ ਭਰ ਆਉਂਦਾ। ਮੈਂ ਤੁਹਾਨੂੰ ਦਿਲ ਦੀ ਭਾਵਨਾ ਦੱਸਦਾ। ਮੋਦੀ ਸਾਹਿਬ ਭੁੱਲ ਗਏ ਅੱਜ ਇਹਨਾਂ, ਜਦੋਂ 1977 ਦੀ ਐਮਰਜੈਂਸੀ ਦੌਰਾਨ ਵੀਰ ਜੀ ਉਹ ਪੱਗ ਬੰਨ੍ਹ ਕੇ ਪੰਜਾਬ 'ਚ ਲੁਕੇ ਫਿਰਦੇ ਸੀ। ਅੱਜ ਜਦ ਉਹਨਾਂ ਨੂੰ ਪਤਾ ਸੀ ਵੀ ਇਹ ਦਸ਼ਮੇਸ਼ ਪਿਤਾ ਦੀ ਸਾਜੀ ਹੋਈ ਦਸਤਾਰ ਕੰਨੀ ਕੋਈ ਦੇਖ ਨਹੀਂ ਸਕੇਗਾ, ਕੋਈ ਮੂੰਹ ਨਹੀਂ ਕਰ ਸਕੇਗਾ, ਕੋਈ ਟੇਢੀ ਨਿਗਾਹ ਨਹੀਂ ਕਰ ਸਕੇਗਾ, ਅੱਜ ਉਸੇ ਪੱਗ 'ਚੋਂ ਇਹਨਾਂ ਨੂੰ ਖਾਲਿਸਤਾਨੀ ਨਜ਼ਰ ਆਉਂਦਾ। ਇਹ ਵੀਰ ਟੈਣਾ ਸਾਹਿਬ, ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਮੈਂ ਪਹਿਲੀ ਵਾਰ ਮਿਲਿਆ, ਮੈਂ ਚਰਨੀ ਹੱਥ ਲਾਉਣ ਨੂੰ ਦਿਲ ਕਰਦਾ ਮੇਰਾ, ਮੈਂ ਕਸਮ ਨਾਲ। ਮੈਂ ਵੀਰ ਜੀ, ਮੈਂ ਬੇਨਤੀ ਕਰਾਂਗਾ ਮੋਦੀ ਸਾਹਿਬ, ਇਹ ਦਾਨਿਸ਼ਮੰਦ ਕਿਸਾਨ ਆਗੂ ਜਿਹੜੇ ਸਮੁੱਚੇ ਬੈਠੇ ਨੇ, ਚਾਹੇ ਰਾਜੇਵਾਲ ਜੀ, ਓਏ ਕਿ ਕਿਆ ਉਸ ਬੰਦੇ ਦਾ ਕਹਿਣਾ। ਮੈਂ ਉਹਦੀ ਸਪੀਚ ਸੁਣ ਕੇ ਮੈਨੂੰ ਰੋਣਾ ਆ ਜਾਂਦਾ। ਉਹਨਾਂ ਨੇ ਪਤਾ ਸਭ ਤੋਂ ਵੱਡਾ ਹਥਿਆਰ ਕੀ ਵਰਤਿਆ ਵੀਰ ਜੀ ਇੱਥੇ? ਮਰਿਆਦਾ ਪੁਰਸ਼ੋਤਮ ਰਾਮ ਦਾ ਮੈਂ ਇੱਕ ਛੋਟਾ ਜਿਹਾ ਉਦਾਹਰਨ, ਜਦੋਂ ਉਹਨਾਂ ਨੇ ਵੱਧ ਕੀਤਾ ਰਾਵਣ ਦਾ, ਭੈਣ ਜੀ, ਜਦੋਂ ਵੱਧ ਕੀਤਾ ਤਾਂ ਦੁਨਾ ਸਲਾਬ ਨੇ ਕਿਹਾ ਵੀ ਤੂੰ ਵੱਧ, ਉਹ ਤੇਰੇ ਨਾਲ ਵੱਧ ਗਿਆਨੀ ਹੈ, ਵੱਧ ਬੁੱਧੀਮਾਨ ਹੈ, ਵੱਧ ਬਲੀ ਹੈ, ਤੂੰ ਕਿਉਂ ਮਤਲਬ ਕਿ ਇਸ ਕਿਵੇਂ ਇਹਨੂੰ ਕੈਪਚਰ ਕੀਤਾ, ਕਿਵੇਂ ਇਹਨੂੰ ਵੱਧ ਕੀਤਾ? ਤਾਂ ਵੀਰ ਜੀ ਪਤਾ ਕੀ ਜਵਾਬ ਸੀ? ਵੀ ਉਹਨਾਂ ਨੇ ਕਿਹਾ ਸੀ ਵੀ ਮੈਂ ਸ਼ਾਂਤੀ, ਡਿਸਿਪਲਿਨ, ਧਰਮ ਨਿਰਪੱਖ, ਉਹੀ ਫਲਸਫੇ ਤੇ ਕਿਸਾਨ ਆਗੂ ਉਗਰਾਹਾ ਸਾਹਿਬ ਹੋਣ। ਸ਼ਾਂਤੀ, ਪੀਸ, ਡਿਸਿਪਲਿਨ ਨੂੰ ਲੈ ਕੇ ਇਸ ਅੰਦੋਲਨ ਵਿੱਚ, ਇਸ ਅੰਦੋਲਨ ਨੂੰ ਅੱਜ ਦੁਨੀਆ ਵਿਆਪੀ ਅੰਦੋਲਨ ਬਣਾਤਾ। ਮੈਂ ਟੈਣਾ ਸਾਹਿਬ, ਮੇਰੇ ਮਨ 'ਚ ਬਹੁਤ ਭਾਵਨਾਵਾਂ ਨੇ, ਤੁਸੀਂ ਬਹੁਤ ਬਿਜ਼ੀ ਹੋ, ਮੈਂ ਬਹੁਤ ਤੁਹਾਡੇ। ਦੇਖੋ ਜੀ, ਕਿਸਾਨ ਅੰਦੋਲਨ ਇੱਕ ਗਾਗਰ ਸਾਗਰ ਬੰਦ ਕਰਤਾ। ਜੋ ਪੰਥ ਦੇ ਵਿਚਾਰਧਾਰਾ ਦੇ ਬੰਦੇ, ਇਹ ਜੋ ਮਰਜ਼ੀ ਉਹਨੂੰ ਮਾਓਵਾਦੀ ਜਾਂ ਕਮਿਊਨਿਸਟ ਤੇ ਜੋ ਮਰਜ਼ੀ ਕਹੇ, ਕੀ ਮਾਓਵਾਦੀ ਦੀ ਸੋਚ ਕੀ ਹੁੰਦੀ ਹੈ? ਇੱਕ ਉਸਾਰੂ ਸ਼ੁੱਧ ਸੋਚ। ਕਮਿਊਨਿਸਟਾਂ ਦੀ ਸੋਚ ਕੀ ਹੁੰਦੀ ਹੈ? ਇੱਕ ਥਿਊਰੀ ਲੈ ਕੇ ਚੱਲਦੇ ਹੈ, ਉਹ ਦੱਸਦੇ ਹੈ ਵੀ ਤੁਸੀਂ ਕਿੱਥੋਂ ਤੁਰੇ, ਕਿੱਥੇ ਪਹੁੰਚਦੇ, ਤੁਹਾਡੇ ਰਾਹ 'ਚ ਕੀ ਹਰਡਲਸ ਆਉਣਗੀਆਂ। ਇਹ ਉਹਨਾਂ ਨੂੰ ਐਂ ਕਹਿੰਦੇ ਜੇ ਗੁੰਡੇ ਬਦਮਾਸ਼ ਹੋਣ। ਸਾਰੀਆਂ ਕੌਮਾਂ, ਕੀ ਕ੍ਰਿਸਚਨਸ, ਕੀ ਮੁਹੰਮਦਨ, ਕੀ ਹਿੰਦੂ, ਕੀ ਸਿੱਖ, ਕੀ ਵੱਡੀ ਉੱਚੀ ਜਾਤ ਜਿਹਨੂੰ ਸਾਡਾ ਸਮਾਜ ਕਹਿੰਦਾ ਹੈ, ਕਿ ਛੋਟੀ ਜਾਤ, ਹਰ ਕੋਈ ਬੰਦਾ ਇੱਥੇ ਇਕਜੁੱਟ ਹੋਇਆ ਖੜਾ ਕਿਤੇ ਵੀ। ਬਾਕੀ ਦੂਜੀ ਗੱਲ ਹੈ, ਜਿੱਥੇ ਇਹਨੇ ਪੰਗਾ ਲੈ ਲਿਆ ਮੋਦੀ ਨੇ, ਮੈਂ ਹੁਣ ਸਟੇਜ ਤੇ ਸੁਣਾ ਕੇ ਆਇਆ, ਮੋਦੀ ਆ ਭੱਜ ਜਿੱਧਰ ਨੂੰ ਭੱਜਦਾ, ਭੱਜ ਤੈਨੂੰ ਅਸੀਂ ਘੇਰਾਂਗੇ ਜੀ। ਪਰ ਅੱਜ ਵੀ ਇਸ ਅੰਦੋਲਨ ਨੂੰ ਧਰਮ ਦੇ ਨਾਂ ਦੇ ਉੱਪਰ ਤਾਰ ਪੀਟੋ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ। ਅੱਜ ਵੀ ਕੁਝ ਲੋਕ ਇਹ ਕਹਿ ਰਹੇ ਨੇ ਕਿ ਕਿਸਾਨ ਨੂੰ ਅੰਨਦਾਤਾ ਕਿਉਂ ਕਿਹਾ ਜਾਂਦਾ ਹੈ, ਉਹ ਨਹੀਂ ਕਹਿਣਾ ਚਾਹੀਦਾ। ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ ਆ ਤੇ ਸਰਦੀਆਂ 'ਚ ਉਹ ਮਾਘ ਦੀ ਰਾਤਾਂ 'ਚ ਇੰਨੇ ਪਾਣੀ ਛਪਲ ਕਰਦੇ ਫਿਰਦੇ ਆ, ਉਹਨਾਂ ਨੂੰ ਉਦੋਂ ਨਹੀਂ ਦਿਖਦਾ ਵੀ ਕੀ ਚੀਜ਼ ਹੈ ਉਹ। ਕਿਸਾਨ ਇਕੱਲੇ ਸਾਡੇ ਸਿੱਖ ਨਹੀਂ, ਸਾਡੇ ਰਾਜਸਥਾਨੀ ਭਾਈ, ਸਾਡੇ ਜਾਟ ਭਾਈ। ਜਾਟ ਕੌਣ ਹੈ? ਇਹ ਵੀ ਉਹਨਾਂ 'ਚੋਂ ਪਿਛੋਕੜ DNA ਟੈਸਟ ਕਰ ਲਓ, ਇੱਕੋ ਹੀ ਹੈ। ਤੁਹਾਡੇ ਕੋਲ ਟਾਈਮ ਨਹੀਂ, ਮੈਂ ਤਾਂ ਲਿਖੀ ਫਿਰਦਾ ਵੀ ਤੁਸੀਂ ਜਾਟ ਜੱਟੋ, ਤੁਸੀਂ ਇੱਕੋ ਹੀ ਹੋ। ਕੋਈ ਕਿਸੇ ਵੀ ਪੱਖੋਂ। ਦੂਜੀ ਗੱਲ, ਸਾਡੇ ਤਾਂ ਗੁਰੂ ਸਾਹਿਬ ਦੀ ਥਿਊਰੀਆਂ ਹਰ ਤਰ੍ਹਾਂ ਦੀ ਹੈ। ਬਹਿ ਕਹੂੰ ਕੋ ਦੇਤ ਨੇ ਨਾ ਬਹਿ ਬੈਂਤ ਆਨ, ਠੀਕ ਹੈ ਜੀ। ਉਧਰ ਗੁਰੂ ਸਾਹਿਬ ਦੂਜੇ ਯੋਧੇ ਵੱਲ, ਉਹ ਕਹਿੰਦੇ ਵੀ ਜਦ ਅਖੀਰ 'ਚ ਤੁਹਾਨੂੰ ਸ਼ਮਸ਼ੀਰ ਨੂੰ ਹੱਥ ਪਾਣਾ ਪਵੇ, ਉਹ ਵੀ ਵਾਜਬ ਹੈ। ਪਰ ਸਾਡੇ ਆ ਰਹਿਬਰ ਇੰਨੇ ਅੱਛੇ ਸਿਆਣੇ ਹੈ, ਜਿਹੜੇ ਸਾਨੂੰ ਬਹੁਤ ਸਾਇਸਤਾ ਢੰਗ ਨਾਲ ਤੋਰ ਰਹੇ ਹੈ, ਬੜੇ ਸੇਧਬੱਧ ਢੰਗ ਨਾਲ ਤੋਰ ਰਹੇ ਹੈ। ਅਸੀਂ ਕਿਸੇ ਉਹ ਜੋ ਕੁਝ ਉਹ ਚਾਹੁੰਦੇ ਸਾਡੇ ਤੋਂ ਕਰਵਾਉਣਾ ਦਿੱਲੀ, ਉਹ ਅਸੀਂ ਨਹੀਂ ਕਰਾਂਗੇ। ਤੇ ਜਿੱਤ ਅਖੀਰ
ਦੂਜਾ ਝੰਡਾ ਨਹੀਂ, ਇੱਕ ਪ੍ਰੇਮ ਪਿਆਰ ਦਾ ਝੰਡਾ ਲਾਲ ਕਿਲੇ ਤੇ ਕਿਸਾਨਾਂ ਦਾ ਹੋਏਗਾ। ਹਾਂਜੀ ਬਾਈ ਜੀ, ਕੀ ਕਹਿਣਾ ਚਾਹੋਗੇ? ਮੈਂ ਕਿਸਾਨ ਅੰਦੋਲਨ ਬਾਰੇ ਤਾਂ ਇਹੀ ਕਹਿਣਾ ਚਾਹੂੰਗਾ ਜੀ ਵੀ ਇਹ ਬਹੁਤ ਮਾੜਾ ਹੋ ਰਿਹਾ ਜੀ। ਅੰਦੋਲਨ ਇੰਨੇ ਸਿਖਰਾਂ ਤੇ ਪਹੁੰਚਣ ਹੋਣ ਦੇ ਬਾਵਜੂਦ ਵੀ, ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਮੋਦੀ ਕੋਈ ਉਹ ਨਹੀਂ ਕਰ ਰਹੇ। ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਜਿੰਨਾ ਛੇਤੀ ਹੋ ਸਕੇ ਤਾਂ ਇਹਨਾਂ ਦਾ ਉਹ ਕਰੇ। ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਜੀ ਕਿ ਇਹ ਅੱਤਵਾਦੀ ਨਹੀਂ, ਇਹ ਤਾਂ ਬਾਬੇ ਨਾਨਕ ਦੇ ਪੈਰੋਕਾਰ ਨੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਕਿਤਾਬ ਆ ਜਿਹੜੀ ਉਹ ਛਪੀ ਹੋਈ ਆ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਲਿਖੀ ਹੋਈ, ਤੇ ਇਹ ਤਾਂ ਉਹਨੂੰ ਵੰਡ ਰਹੇ ਆ, ਇਹ ਤਾਂ ਨਿਸ਼ਕਾਮ ਸੇਵਾ ਕਰ ਰਹੇ ਆ। ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੀਆਂ ਕਿਤਾਬਾਂ, ਉਹ ਦੱਸੋ ਵੀ ਕਿਵੇਂ ਅੱਤਵਾਦੀ ਆ, ਉਹ ਦੱਸੋ ਜੀ ਕਿਵੇਂ ਮਾਓਵਾਦੀ ਆ, ਉਹ ਦੱਸੋ ਜੀ ਕਿਵੇਂ ਸਮਾਜ ਵਿਰੋਧੀ ਆ, ਉਹ ਦੱਸੋ ਜੀ ਕਿਵੇਂ ਲੋਕਾਂ ਨੂੰ ਭੜਕਾ ਸਕਦੇ ਆ। ਰਾਣਾ ਸਾਹਿਬ, ਮੈਨੂੰ ਲੱਗਦਾ ਵੀ ਇਹਨਾਂ ਨੂੰ ਅੱਤਵਾਦੀ ਦੀ ਵੀ ਇੱਕ ਪਰਿਭਾਸ਼ਾ ਪੁੱਛਣੀ ਚਾਹੀਦੀ ਹੈ ਵੀ ਤੁਹਾਡੀਆਂ ਨਜ਼ਰਾਂ 'ਚ ਅਸਲ ਅੱਤਵਾਦੀ ਹੈ ਕੌਣ? ਜਿਵੇਂ ਭਾਰਤ ਦੇ ਵਿੱਚ ਦੇਸ਼ ਭਗਤ ਤੇ ਦੇਸ਼ ਧਰੋਹੀ ਦੀ ਪਰਿਭਾਸ਼ਾ ਨਵੀਂ ਲਿਖੀ ਗਈ ਆ, ਉਵੇਂ ਅੱਤਵਾਦੀ ਦੀ ਵੀ ਮੇਰਾ ਖਿਆਲ ਨਵੀਂ ਲਿਖ ਲਈ ਇਹਨਾਂ ਨੇ। ਸੋ ਬਹੁਤ ਚੰਗਾ ਲੱਗਾ ਜੀ, ਤੁਸੀਂ ਡਟ ਕੇ ਅੱਗੇ ਤੋਂ ਅੱਗੇ ਵਧਦੇ ਰਹੋ ਤੇ ਅਸੀਂ ਤੁਹਾਡੇ ਨਾਲ। ਹਾਂਜੀ, ਨੂੰ ਇਹ ਅੱਤਵਾਦੀ ਡਿਕਲੇਅਰ ਕਰਦੇ, ਗੱਲ ਇੱਥੇ ਆ ਕੇ ਨਿਬੜਦੀ ਹੈ। ਬਿਲਕੁਲ ਸਹੀ ਗੱਲ ਆ, ਬਹੁਤ ਮਿਹਰਬਾਨੀ ਹੈ ਜੀ, ਅਸੀਂ ਤੁਹਾਡੇ ਧੰਨਵਾਦੀ ਆ। ਸਮਾਂ ਹੋਰ ਚਾਹੀਦਾ ਸੀਗਾ ਤਾਂ ਜੋ ਖੁੱਲ੍ਹ ਕੇ ਗੱਲਬਾਤ ਹੋ ਸਕੇ। ਖੈੜਾ ਸਾਹਿਬ ਕੁਝ ਹੋਰ ਵੀ ਕਹਿਣਾ ਚਾਹੁੰਦੇ ਆ, ਬਸ ਕੁਝ ਕੁ ਸਕਿੰਟਾਂ ਦੇ ਵਿੱਚ ਆਪਣੀ ਗੱਲ ਕਹਿ ਦਿਓ। ਵੀਰ ਜੀ, ਮੈਂ ਲਾਸਟ ਇੱਕ ਗੱਲ ਕਹਾਂਗਾ। ਮੋਦੀ ਸਰ ਜਿਹੜੀ ਇੱਕ ਸ਼ਖਸੀਅਤ ਦੁਨੀਆ 'ਚ ਆਪਦੇ ਆਪ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ ਕਈ ਸਾਲਾਂ ਤੋਂ, ਆਪਦੀ ਸ਼ਖਸੀਅਤ ਨੂੰ ਇੰਨਾ ਨੀਵੇਂ ਲੈ ਗਏ ਜਦੋਂ ਉਹਨਾਂ ਦੇ ਹਰ ਹੀਲੇ ਵਸੀਲੇ ਫੇਲ ਹੋ ਗਏ। ਤੁਸੀਂ ਦੇਖਿਆ ਉਹਨਾਂ ਨੇ ਮਾਣਯੋਗ ਸੁਪਰੀਮ ਕੋਰਟ ਜਿਹੜਾ ਸਭ ਤੋਂ ਸਰਵਉੱਚ ਨਿਆਂ ਦਾ ਮੰਦਰ ਹੈ, ਉਹਦੇ ਨਾਲ ਰਲ ਕੇ ਇੱਕ ਖੇਡ ਖੇਡੀ ਤੇ ਰਾਤੋਂ ਰਾਤ 4 ਮੈਂਬਰੀ ਕਮੇਟੀ ਬਣਾਈ। ਹਲਕੀ 2 ਵਿੱਚੋਂ ਰਿਜ਼ਾਈਨ ਕਰ ਗਏ ਉਹ ਆਪਦੀ ਮੋਰਲ ਜ਼ਮੀਰ। ਤੇ ਮੈਂ ਇਹ ਕਹਿਣਾ, ਦੇਖੋ ਤੁਸੀਂ ਉਹ ਜਿਹੜੀ 4 ਮੈਂਬਰੀ ਕਮੇਟੀ ਤੋਂ ਪਤਾ ਲੱਗਦਾ ਕਿ ਉਹ 4 ਮੈਂਬਰ ਕਿਹੜੇ ਸੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸਲਾਹਕਾਰ ਬਿਜ਼ਨਸ ਜੀ ਬਿਲਕੁਲ। ਬਹੁਤ ਮਿਹਰਬਾਨੀ। ਤੇ ਹਰਮਨ ਜੀ, ਹੁਣ ਆਪਾਂ ਆਗਿਆ ਲੱਗੇ ਤੇ ਪ੍ਰੋਗਰਾਮ ਦੀ ਕਰੀਏ ਸਮਾਪਤੀ। ਸਮੇਟਣ ਦਾ ਜੀ ਨਹੀਂ ਕਰਦਾ ਪਰ ਸਮਾਂ ਹੈ, ਇਸ ਲਈ ਸਾਨੂੰ ਸਮੇਟਣਾ ਪਏਗਾ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ।